हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਅਗਲੀ ਕੰਪਲੀਟ ਜੀਕੇ ਦੀ ਕਲਾਸ ਲੈ ਕੇ ਆਏ ਹਾਂ। ਅਗਲੇ ਨਵੇਂ MCQ ਪ੍ਰਸ਼ਨ ਉੱਤਰ ਲੈ ਕੇ ਆਏ ਹਾਂ ਪੰਜਾਬ ਅਪਕਮਿੰਗ ਐਗਜ਼ਾਮ ਵਾਸਤੇ, ਜਿੰਨੇ ਵੀ ਪੰਜਾਬ ਦੇ ਵਿੱਚ ਪੇਪਰ ਜਿਹੜੇ ਹੋਣ ਵਾਲੇ ਨੇ ਤਾਂ ਇਹਦੇ ਨਾਲ ਸੰਬੰਧਿਤ ਆਪਾਂ ਕਲਾਸ ਹੈ ਜਿਹੜੀ ਸਟਾਰਟ ਕਰੀ ਹੋਈ ਹੈ। ਸੋ MCQ ਪ੍ਰਸ਼ਨ ਉੱਤਰ ਨੇ, ਮੋਸਟ ਇੰਪੋਰਟੈਂਟ ਕੁਐਸਚਨ ਨੇ। ਸੋ ਪੰਜਾਬੀ ਲੈਂਗੁਏਜ ਹੈ। ਸੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਜਿਹੜੀ ਸਮੇਂ ਸਿਰ ਮਿਲਦੀ ਰਹੇ। ਸੋ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਪ੍ਰਸ਼ਨ। ਤਾਂ ਪ੍ਰਸ਼ਨ ਨੰਬਰ 31 ਤੋਂ ਸਟਾਰਟ ਕਰਾਂਗੇ। ਪੈਪਸੂ ਰਾਜ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? ਯਾਦਵਿੰਦਰ ਸਿੰਘ, ਮਾਸਟਰ ਤਾਰਾ ਸਿੰਘ, ਗਿਆਨ ਸਿੰਘ ਅਰਾਰੇਵਾਲ ਜਾਂ ਫਿਰ ਰਘਵੀਰ ਸਿੰਘ। ਤਾਂ ਪੈਪਸੂ ਰਾਜ ਦਾ ਜਿਹੜਾ ਪਹਿਲਾ ਮੁੱਖ ਮੰਤਰੀ ਸੀਗਾ ਉਹ ਗਿਆਨ ਸਿੰਘ ਅਰਾਰੇਵਾਲ ਸੀਗਾ। ਇਸ ਤੋਂ ਇਲਾਵਾ ਪੈਪਸੂ ਦੀ ਫੁੱਲ ਫਾਰਮ ਵੀ ਪੁੱਛ ਲਈ ਜਾਂਦੀ ਹੈ, ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ। ਤਾਂ ਇਹਦੀ ਫੁੱਲ ਫਾਰਮ ਹੈ, ਸ਼ਾਰਟ ਦੇ ਵਿੱਚ ਇਹਨੂੰ ਪੈਪਸੂ ਕਿਹਾ ਜਾਂਦਾ ਹੈ। ਅਤੇ ਇਹਦਾ ਜਿਹੜਾ ਗਠਨ ਸੀਗਾ 15 ਜੁਲਾਈ 1948 ਦੇ ਵਿੱਚ ਕੀਤਾ ਗਿਆ ਸੀ ਅਤੇ ਭਾਰਤ ਸਰਕਾਰ ਦੁਆਰਾ 1950 ਦੇ ਵਿੱਚ ਇਹਨੂੰ ਰਾਜ ਦਾ ਯਾਨੀ ਕਿ ਸਟੇਟ ਦਾ ਦਰਜਾ ਜਿਹੜਾ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ 1 ਨਵੰਬਰ 1956 ਦੇ ਵਿੱਚ ਇਸ ਨੂੰ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ ਸੀ। ਸੋ ਇੱਥੇ ਕਈ ਕੁਐਸਚਨ ਪੁੱਛੇ ਜਾ ਸਕਦੇ ਹੈ, ਜਿਵੇਂ ਇੱਕ ਕੁਐਸਚਨ ਤੁਹਾਡੇ ਸਾਹਮਣੇ ਪਿਆ, ਮੁੱਖ ਮੰਤਰੀ ਪੁੱਛਿਆ ਗਿਆ ਪਹਿਲਾ ਕੌਣ ਸੀਗਾ। ਦੂਸਰਾ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਤੀਸਰਾ ਇਹਦਾ ਗਠਨ ਪੁੱਛਿਆ ਜਾ ਸਕਦਾ ਕਦੋਂ ਕੀਤਾ ਗਿਆ, 15 ਜੁਲਾਈ 1948 ਦੇ ਵਿੱਚ। ਚੌਥਾ ਇਸ ਨੂੰ ਰਾਜ ਦਾ ਦਰਜਾ ਕਦੋਂ ਮਿਲਿਆ ਸੀਗਾ ਪੈਪਸੂ ਨੂੰ? ਭਾਰਤ ਸਰਕਾਰ ਦੇ ਦੁਆਰਾ ਤਾਂ 1950 ਦੇ ਵਿੱਚ। ਅਤੇ ਇਸ ਨੂੰ ਪੰਜਾਬ ਦੇ ਵਿੱਚ ਕਦੋਂ ਮਿਲਾਇਆ ਗਿਆ ਸੀ? 1 ਨਵੰਬਰ 1956 ਦੇ ਵਿੱਚ। ਇਸ ਤੋਂ ਇਲਾਵਾ ਇਸ ਦੇ ਗਵਰਨਰ ਵੀ ਪੁੱਛਿਆ ਜਾ ਸਕਦਾ ਹੈ, ਪਹਿਲੇ ਗਵਰਨਰ ਕੌਣ ਸੀਗੇ? ਤਾਂ ਮਹਾਰਾਜਾ ਯਾਦਵਿੰਦਰ ਸਿੰਘ ਇਹਦੇ ਪਹਿਲੇ ਗਵਰਨਰ ਸੀਗੇ। ਜਿਵੇਂ ਇੱਥੇ ਪਹਿਲਾ ਮੁੱਖ ਮੰਤਰੀ ਪੁੱਛਿਆ ਗਿਆ, ਇਸੇ ਤਰ੍ਹਾਂ ਗਵਰਨਰ ਵੀ ਪੁੱਛਿਆ ਜਾ ਸਕਦਾ ਹੈ। ਸੋ ਰਘਵੀਰ ਸਿੰਘ ਸੀ ਜਿਹੜੇ ਇਹਦੇ ਦੂਜੇ ਅਤੇ ਆਖਰੀ, ਅਤੇ ਤੀਜੇ ਜਿਹੜੇ ਗਿਆਨ ਸਿੰਘ ਅਰਾਰੇਵਾਲ ਉਹ ਮੁੱਖ ਮੰਤਰੀ ਸੀ। ਸੋ ਇਹਦੇ ਵਿੱਚ ਮਿਸਟੇਕ ਲੱਗਦੀ ਹੈ ਤਾਂ ਇਹਦੇ ਵਿੱਚ ਜੋ ਬਾਕੀ ਡਿਟੇਲ ਦਿੱਤੀ ਗਈ ਹੈ ਤਾਂ ਰਘਵੀਰ ਸਿੰਘ ਹੈ ਜਿਹੜਾ ਇਹਦੇ ਵਿੱਚ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਉਹ ਦੱਸਿਆ ਗਿਆ। ਤੀਜਾ ਗਿਆਨ ਸਿੰਘ ਅਰਾਰੇਵਾਲ ਸੀਗੇ, ਦੂਜਾ ਆਖਰੀ ਅਤੇ ਤੀਜੇ। ਤਾਂ ਰਾਜਧਾਨੀ ਪੁੱਛ ਲਿਆ ਜਾਂਦਾ ਤਾਂ ਇਹਦੀ ਰਾਜਧਾਨੀ ਪਟਿਆਲਾ ਸੀ। ਖੇਤਰਫਲ ਸੀ ਜਿਹੜਾ ਪੈਪਸੂ ਦਾ 26,208 ਸੀ, 26,208 ਵਰਗ ਕਿਲੋਮੀਟਰ। ਅਤੇ ਕੁੱਲ ਇਹਦੇ ਵਿੱਚ 8 ਜ਼ਿਲ੍ਹੇ ਸੀ। ਕਿਹੜੇ ਕਿਹੜੇ ਸੀ? ਪਟਿਆਲਾ, ਬਰਨਾਲਾ, ਬਠਿੰਡਾ, ਫਤਿਹਗੜ੍ਹ, ਸੰਗਰੂਰ, ਕਪੂਰਥਲਾ, ਮਹਿੰਦਰਗੜ੍ਹ ਅਤੇ ਕੋਹਿਸਤਾਨ। 8 ਹੀ ਜਿਹੜੀਆਂ ਪੈਪਸੂ ਦੇ ਵਿੱਚ ਰਿਆਸਤਾਂ ਸੀ ਅਤੇ ਇਹਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਸੀਗਾ 1953 ਦੇ ਵਿੱਚ ਲਾਗੂ ਕੀਤਾ ਗਿਆ ਸੀ। ਸੋ ਕਾਊਂਟਿੰਗ ਦੇ ਵਿੱਚ ਜ਼ਿਲ੍ਹੇ ਜਿਹੜੇ ਪੁੱਛੇ ਜਾ ਸਕਦੇ ਹੈ। ਸੋ ਜ਼ਿਆਦਾ ਡੀਪਲੀ ਨਹੀਂ ਪੁੱਛਿਆ ਜਾਏਗਾ। ਸੋ ਇਹਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਪੈਪਸੂ ਰਾਜ ਬਾਰੇ। ਸੋ ਗਠਨ ਬਾਰੇ ਕੁਐਸਚਨ ਹੋ ਸਕਦਾ ਹੈ, ਪੰਜਾਬ ਦੇ ਵਿੱਚ ਮਿਲਾਉਣ ਬਾਰੇ ਪੁੱਛਿਆ ਜਾ ਸਕਦਾ ਹੈ, ਕਦੋਂ ਮਿਲਾਇਆ ਗਿਆ ਸੀ, ਇਹਦੀ ਰਾਜਧਾਨੀ, ਇਹਦੇ ਜ਼ਿਲ੍ਹੇ, ਪਹਿਲਾ ਅਤੇ ਆਖਰੀ ਮੁੱਖ ਮੰਤਰੀ, ਅਤੇ ਇਸ ਨੂੰ ਜਿਹੜਾ ਦਰਜਾ ਸਟੇਟ ਦਾ ਕਦੋਂ ਮਿਲਿਆ ਸੀਗਾ। ਤਾਂ ਇਸ ਬਾਰੇ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਪ੍ਰਸ਼ਨ ਨੇ ਜਿਹੜੇ ਬਣਦੇ ਆ। ਸਭ ਤੋਂ ਇੰਪੋਰਟੈਂਟ ਹੈ ਜਿਹੜਾ ਰਾਸ਼ਟਰਪਤੀ ਰਾਜ, ਇਹਦੇ ਵਿੱਚ ਕਦੋਂ ਲਾਗੂ ਕੀਤਾ ਗਿਆ ਸੀ ਤਾਂ ਉਹ 1953 ਦੇ ਵਿੱਚ। ਸੋ ਨਾਲ ਦੀ ਨਾਲ ਨੋਟ ਜ਼ਰੂਰ ਕਰੀ ਜਾਇਆ ਕਰੋ ਜੋ ਵੀ ਇਨਫੋਰਮੇਸ਼ਨ ਤੁਹਾਨੂੰ ਦੱਸੀ ਜਾਂਦੀ ਹੈ, ਕਿਉਂਕਿ ਆਪਣੇ ਆਪ ਦੇ ਵਿੱਚ ਸ਼ਾਰਟ ਦੇ ਵਿੱਚ ਇਹ ਨੋਟਿਸ ਹੈ ਜਿਹੜੇ ਤੁਹਾਡੇ ਬਣਨਗੇ। ਸੋ ਅਗਲਾ ਪ੍ਰਸ਼ਨ ਹੈ, ਰਬੜ ਦੀ ਖੇਤੀ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਯਾਨੀ ਕਿ ਸਟੇਟ ਦੇ ਵਿੱਚ ਕੀਤੀ ਜਾਂਦੀ ਹੈ? ਕੇਰਲ, ਪੱਛਮੀ ਬੰਗਾਲ, ਜੰਮੂ ਅਤੇ ਕਸ਼ਮੀਰ ਅਤੇ ਮੇਘਾਲਿਆ। ਤਾਂ ਰਬੜ ਦੀ ਖੇਤੀ ਹੈ ਜਿਹੜੀ ਉਹ ਕੇਰਲ ਦੇ ਵਿੱਚ ਕੀਤੀ ਜਾਂਦੀ ਹੈ। ਪੰਜਾਬ ਟੈਟ ਦੇ ਵਿੱਚ ਇਹ ਪ੍ਰਸ਼ਨ ਹੈ ਜਿਹੜਾ ਪੁੱਛਿਆ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਜਿਹੜੀ ਰਬੜ ਹੈ ਕਿਵੇਂ ਤਿਆਰ ਹੁੰਦੀ ਹੈ? ਤਾਂ ਇਹ ਪੌਦਿਆਂ ਦੇ ਰਸ ਯਾਨੀ ਕਿ ਦੁੱਧ ਤੋਂ ਤਿਆਰ ਹੁੰਦੀ ਹੈ ਅਤੇ ਇਸ ਦੁੱਧ ਨੂੰ ਜਿਹੜਾ ਲੇਕੇਟਸ ਹੈ ਜਿਹੜਾ ਕਿਹਾ ਜਾਂਦਾ ਹੈ। ਅਤੇ ਜੋ ਰਬੜ ਦਾ ਪੌਦਾ ਹੁੰਦਾ ਹੈ, ਦਰਖਤ ਹੁੰਦਾ ਹੈ, ਤਾਂ 6 ਸਾਲਾਂ ਬਾਅਦ ਇਹ ਦੁੱਧ ਹੈ ਯਾਨੀ ਕਿ ਜਿਹੜਾ ਪਦਾਰਥ ਹੈ ਰਬੜ ਦਾ ਉਹ ਦੇਣ ਲੱਗ ਜਾਂਦਾ ਹੈ। ਸੋ ਇਹਦੇ ਵਿੱਚ ਜਿਹੜਾ ਤਣਾ ਹੁੰਦਾ ਜਿਹੜਾ ਇਸ ਦਾ, ਤਾਂ ਉਹਦੇ ਵਿੱਚ ਛੇਦ ਕਰਕੇ ਇਹ ਪਦਾਰਥ ਹੈ ਜਿਹੜਾ ਕੱਢਿਆ ਜਾਂਦਾ ਹੈ। ਸਭ ਤੋਂ ਦੁਨੀਆ ਦਾ ਸਭ ਤੋਂ ਵੱਧ ਰਬੜ ਉਤਪਾਦਕ ਦੇਸ਼ ਹੈ ਜਿਹੜਾ ਉਹ ਮਲੇਸ਼ੀਆ ਹੈ। ਸੋ ਇਹਦੀ ਖੇਤੀ ਜਿਹੜੀ ਅਧਿਕ ਵਰਖਾ ਵਾਲੇ ਖੇਤਰਾਂ ਦੇ ਵਿੱਚ ਜ਼ਿਆਦਾ ਵਰਖਾ ਪੈਂਦੀ ਹੈ ਤਾਂ ਉੱਥੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਦੇ ਲਈ ਤਾਪਮਾਨ ਜਿਹੜਾ 25 ਡਿਗਰੀ
ਸੈਲਸੀਅਸ ਤੇ ਲਾਵਾ ਯੁਕਤ ਜਿਹੜੀ ਦੋਮਟ ਮਿੱਟੀ ਹੁੰਦੀ ਹੈ ਉਹ ਉਪਯੋਗੀ ਹੁੰਦੀ ਹੈ। ਹੁਣ ਇੱਥੇ ਕਈ ਕੁਐਸਚਨ ਇਹਦੇ ਵਿੱਚ ਬਣ ਜਾਂਦੇ ਆ। ਸੋ ਰਬੜ ਦੀ ਖੇਤੀ ਲਈ ਜਿਹੜਾ ਰਾਜ ਆ ਉਹ ਕੇਰਲਾ ਹੈ। ਸੋ ਜੇ ਇਸ ਦਾ ਜੋ ਇਹ ਪੌਦਾ ਹੁੰਦਾ ਹੈ ਤਾਂ ਉਹਦੇ ਰਸ ਤੋਂ ਦੁੱਧ ਤਿਆਰ ਕੀਤਾ ਜਾਂਦਾ ਹੈ, ਜਿਹਨੂੰ ਲੈਕਟਿਸ ਕਿਹਾ ਜਾਂਦਾ ਹੈ। 6 ਸਾਲਾਂ ਦੇ ਵਿੱਚ ਇਹਦਾ ਪੌਦਾ ਜਿਹੜਾ ਇਹ ਪਦਾਰਥ ਦੇਣ ਲੱਗਦਾ ਹੈ। ਅਤੇ ਪਦਾਰਥ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਂਦਾ, ਇਹਦੇ ਤਣੇ ਵਿੱਚ ਛੇਦ ਕਰਕੇ ਰਬੜ ਆ ਜਿਹੜੀ ਤਿਆਰ ਕੀਤੀ ਜਾਂਦੀ ਹੈ। ਮਲੇਸ਼ੀਆ ਦੇਸ਼ ਹੈ ਜਿਹੜਾ ਦੁਨੀਆ ਦਾ ਸਭ ਤੋਂ ਵੱਧ ਰਬੜ ਉਤਪਾਦਕ ਦੇਸ਼ ਹੈ। ਅਧਿਕ ਵਰਖਾ ਵਾਲੇ ਖੇਤਰ ਦੇ ਵਿੱਚ ਇਹ ਖੇਤੀ ਕੀਤੀ ਜਾਂਦੀ ਹੈ। ਇਹਦੇ ਲਈ ਜਿਹੜੀ ਉਪਯੋਗੀ ਮਿੱਟੀ ਹੁੰਦੀ ਹੈ ਉਹ ਦੋਮਟ ਮਿੱਟੀ ਹੁੰਦੀ ਹੈ ਅਤੇ ਜਿਹੜਾ ਤਾਪਮਾਨ ਚਾਹੀਦਾ ਉਹ 25 ਡਿਗਰੀ ਸੈਲਸੀਅਸ ਲਾਵਾ ਯੁਕਤ ਜਿਹੜਾ ਤਾਪਮਾਨ ਰਬੜ ਦੀ ਖੇਤੀ ਲਈ ਚਾਹੀਦਾ ਹੁੰਦਾ। ਸੋ ਇਹਦੇ ਵਿੱਚੋਂ ਕੋਈ ਵੀ ਪ੍ਰਸ਼ਨ ਜਿਹੜਾ ਤੁਹਾਡੇ ਤੋਂ ਪੁੱਟ ਕਰਕੇ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਆ, ਦੁੱਧ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਸੰਸਾਰ ਦੇ ਵਿੱਚ ਕਿੰਨਵਾਂ ਸਥਾਨ ਹੈ? ਸੰਸਾਰ ਦੇ ਵਿੱਚ ਪੁੱਛਿਆ ਗਿਆ ਦੁੱਧ ਦੇ ਉਤਪਾਦਨ ਦੇ ਵਿੱਚ। ਤਾਂ ਇਹ ਪ੍ਰਸ਼ਨ ਵੀ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ, ਚੌਥਾ, ਤੀਜਾ, ਦੂਜਾ ਜਾਂ ਫਿਰ ਪਹਿਲਾ। ਤਾਂ ਦੁੱਧ ਉਤਪਾਦਨ ਦੇ ਵਿੱਚ ਭਾਰਤ ਦਾ ਸੰਸਾਰ ਦੇ ਵਿੱਚ ਜਿਹੜਾ ਉਹ ਪਹਿਲਾ ਸਥਾਨ ਹੈ। ਇਸ ਤੋਂ ਇਲਾਵਾ ਲੋਹਾ, ਕੋਇਲਾ, ਕੁਦਰਤੀ ਗੈਸ ਇਸ 'ਤੇ ਪੁੱਛਿਆ ਜਾ ਸਕਦਾ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਦੁੱਧ ਦੇ ਉਤਪਾਦਨ 'ਤੇ ਪੁੱਛਿਆ ਜਾਏਗਾ। ਲੋਹਾ ਉਤਪਾਦਕ ਦੇ ਵਿੱਚ ਜਿਹੜਾ ਭਾਰਤ ਦਾ ਸਥਾਨ ਹੈ ਉਹ ਚੌਥਾ ਹੈ, ਕੋਇਲਾ ਉਤਪਾਦਕ ਦੇ ਵਿੱਚ ਤੀਜਾ ਹੈ, ਕੁਦਰਤੀ ਗੈਸ ਉਤਪਾਦਕ ਦੇ ਵਿੱਚ ਜਿਹੜਾ ਭਾਰਤ ਦਾ ਸਥਾਨ ਹੈ ਉਹ 19ਵਾਂ। ਸੋ ਇਹ ਜ਼ਰੂਰ ਕਰ ਲਿਓ, ਲੋਹਾ, ਕੋਇਲਾ, ਕੁਦਰਤੀ ਗੈਸ ਦੇ ਤੌਰ 'ਤੇ ਵੀ ਅਲੱਗ ਤੋਂ ਤੁਸੀਂ ਨੋਟ ਕਰ ਲਓ। ਦੁਬਾਰਾ ਰਿਪੀਟ ਕਰ ਦਿੰਦੇ ਹਾਂ, ਦੁੱਧ ਉਤਪਾਦਨ ਦੇ ਵਿੱਚ ਪਹਿਲਾ ਸਥਾਨ ਹੈ ਭਾਰਤ ਦਾ ਸੰਸਾਰ ਦੇ ਵਿੱਚ, ਅਤੇ ਲੋਹਾ ਉਤਪਾਦਕ ਦੇ ਵਿੱਚ ਚੌਥਾ ਹੈ, ਕੋਇਲਾ ਉਤਪਾਦਕ ਦੇ ਵਿੱਚ ਤੀਜਾ ਹੈ, ਕੁਦਰਤੀ ਗੈਸ ਉਤਪਾਦਕ ਦੇ ਵਿੱਚ 19ਵਾਂ। ਸੋ ਅਲੱਗ-ਅਲੱਗ ਭਾਰਤ ਦੇ ਸਥਾਨ ਨੇ। ਸੋ ਅਗਲਾ ਪ੍ਰਸ਼ਨ ਹੈ, ਭਾਰਤ ਦੀ ਪਹਿਲੀ ਪਣ ਬਿਜਲੀ ਪਰਿਯੋਜਨਾ ਕਿਹੜੀ ਹੈ? ਕਾਵੇਰੀ ਨਦੀ ਤੇ ਸ਼ਿਵ ਸੁੰਦਰਮ ਪਰਿਯੋਜਨਾ, ਸਤਲੁਜ ਤੇ ਭਾਖੜਾ ਨੰਗਲ ਪਰਿਯੋਜਨਾ, ਕ੍ਰਿਸ਼ਨਾ ਨਦੀ ਤੇ ਸ਼ਿਵ ਸੁੰਦਰਮ ਪਰਿਯੋਜਨਾ ਜਾਂ ਸਰਸਵਤੀ ਨਦੀ ਤੇ ਮਹਾਤਮਾ ਗਾਂਧੀ ਪਰਿਯੋਜਨਾ। ਤਾਂ ਭਾਰਤ ਦੀ ਜਿਹੜੀ ਪਹਿਲੀ ਪਣ ਬਿਜਲੀ ਪਰਿਯੋਜਨਾ ਹੈ ਉਹ ਕਾਵੇਰੀ ਨਦੀ ਤੇ ਹੈ, ਸ਼ਿਵ ਸੁੰਦਰਮ ਪਰਿਯੋਜਨਾ। ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ ਸ਼ਿਵ ਸੁੰਦਰਮ ਪਰਿਯੋਜਨਾ ਜਿਹੜੀ ਕਿਹੜੀ ਨਦੀ ਤੇ ਹੈ? ਇਹ ਕਾਵੇਰੀ ਨਦੀ ਤੇ ਹੈ ਅਤੇ ਪਹਿਲੀ ਪਣ ਬਿਜਲੀ ਪਰਿਯੋਜਨਾ ਹੈ। ਸੋ ਇਹ ਨੈਗੇਟਿਵ ਤੌਰ 'ਤੇ ਪੁੱਛਿਆ ਜਾ ਸਕਦਾ ਹੈ ਕਿ ਉਸ ਰਾਜ ਦਾ ਨਾਮ ਦੱਸੋ ਜਿਹੜਾ ਪਣ ਬਿਜਲੀ ਉਤਪਾਦਨ ਨਹੀਂ ਕਰਦਾ। ਤਾਂ ਉਹ ਰਾਜ ਹੈ ਜੀ ਗੋਆ, ਜੋ ਭਾਰਤ ਦਾ ਇੱਕੋ ਇੱਕ ਰਾਜ ਹੈ ਜਿਹੜਾ ਪਣ ਬਿਜਲੀ ਉਤਪਾਦਨ ਨਹੀਂ ਕਰਦਾ। ਸੋ ਕਈ ਵਾਰ ਇਸ ਤਰ੍ਹਾਂ ਵੀ ਕੁਐਸਚਨ ਤੁਹਾਨੂੰ ਪੁੱਟ ਕੀਤਾ ਜਾ ਸਕਦਾ ਹੈ। ਸੋ ਇਹਦੇ ਵਿੱਚ ਵੀ ਜਿਹੜੇ 3 ਪ੍ਰਸ਼ਨ ਬਣਦੇ ਆ, ਇੱਕ ਪ੍ਰਸ਼ਨ 'ਚੋਂ ਪਹਿਲੀ ਪਣ ਬਿਜਲੀ ਦਾ ਪਰਿਯੋਜਨਾ ਹੋ ਗਈ, ਇਹ ਕਿੱਥੇ ਹੈ? ਇਹ ਸ਼ਿਵ ਸੁੰਦਰਮ ਪਰਿਯੋਜਨਾ ਹੈ। ਕਿਹੜੀ ਨਦੀ ਤੇ ਹੈ? ਕਾਵੇਰੀ ਨਦੀ ਤੇ ਹੈ। ਅਤੇ ਉਹ ਕਿਹੜਾ ਰਾਜ ਹੈ ਜਿਹੜਾ ਪਣ ਬਿਜਲੀ ਉਤਪਾਦਨ ਨਹੀਂ ਕਰਦਾ? ਤਾਂ ਗੋਆ। ਤਾਂ 3 ਪ੍ਰਸ਼ਨ ਇਹਦੇ ਵਿੱਚ ਬਣ ਗਏ। ਸੋ ਇਸੇ ਤਰ੍ਹਾਂ ਐਗਜ਼ਾਮ ਦੇ ਵਿੱਚ ਪ੍ਰਸ਼ਨ ਤੁਹਾਡੇ ਤੋਂ ਪੁੱਛੇ ਜਾਂਦੇ ਆ। ਕੈਗਾ ਪਰਮਾਣੂ ਸ਼ਕਤੀ ਕੇਂਦਰ ਕਿੱਥੇ ਹੈ? ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਜਾਂ ਫਿਰ ਗੁਜਰਾਤ ਦੇ ਵਿੱਚ। ਤਾਂ ਕੈਗਾ ਪਰਮਾਣੂ ਸ਼ਕਤੀ ਕੇਂਦਰ ਹੈ ਜਿਹੜਾ ਉਹ ਕਰਨਾਟਕ ਦੇ ਵਿੱਚ ਹੈ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਲਹਨ ਦੀ ਰਾਜ ਤਰੰਗਣੀ ਦਾ ਵਿਸ਼ਾ ਕੀ ਹੈ? ਸੋ ਕਲਹਨ ਦੁਆਰਾ ਕਿਸ ਦੀ ਰਚਨਾ ਕੀਤੀ ਗਈ ਸੀ? ਰਾਜ ਤਰੰਗਣੀ ਦੀ। ਸੋ ਇਹ ਵੀ ਇਹਦੇ ਵਿੱਚ ਪ੍ਰਸ਼ਨ ਬਣ ਗਿਆ। ਅਤੇ ਕਲਹਨ ਦੀ ਰਚਨਾ ਰਾਜ ਤਰੰਗਣੀ, ਇਹਦਾ ਵਿਸ਼ਾ ਕੀ ਹੈ ਇਹ ਦੱਸਣਾ ਹੈ। ਕਸ਼ਮੀਰ ਦਾ ਇਤਿਹਾਸ, ਲਾਹੌਰ ਵੰਸ਼ ਦਾ ਵਰਣਨ, ਅਰਥ ਸ਼ਾਸਤਰ ਜਾਂ ਰਾਜਨੀਤੀ। ਤਾਂ ਕਲਹਨ ਦੁਆਰਾ ਜੋ ਰਾਜ ਤਰੰਗਣੀ ਦੀ ਰਚਨਾ ਕੀਤੀ ਗਈ ਸੀ ਤਾਂ ਇਸ ਦਾ ਵਿਸ਼ਾ ਸੀ ਜਿਹੜਾ ਉਹ ਕਸ਼ਮੀਰ ਦਾ ਇਤਿਹਾਸ ਦੱਸਣਾ ਸੀ। ਜਾਂ ਇਹ ਪੁੱਛ ਲੈਂਦਾ ਕਸ਼ਮੀਰ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀ ਰਚਨਾ ਹੈ? ਰਾਜ ਤਰੰਗਣੀ। ਰਚਨਾਕਾਰ ਕਲਹਨ। ਕਲਹਨ ਸੀਗਾ ਜਿਹੜਾ ਇਹ ਲਾਹੌਰ ਵੰਸ਼ ਦਾ ਜੋ ਸੰਸਥਾਪਕ ਸੀ ਜੈ ਸਿੰਘ, ਇਹਦੇ ਦਰਬਾਰ ਦਾ ਕਵੀ ਸੀ। ਜਾਂ ਇਹ ਵੀ ਪੁੱਛ ਲੈਂਦੇ ਕਿ ਕਲਹਨ ਸੀ ਜਿਹੜਾ ਕੌਣ ਸੀਗਾ? ਇਹ ਕਵੀ ਸੀਗਾ। ਕਿਹਦੇ ਦਰਬਾਰ ਦਾ ਸੀਗਾ? ਜੈ ਸਿੰਘ ਦਾ। ਜੈ ਸਿੰਘ ਕੌਣ ਸੀ? ਲਾਹੌਰ ਵੰਸ਼ ਦਾ ਸੰਸਥਾਪਕ। ਅਗਲਾ ਪ੍ਰਸ਼ਨ ਹੈ, ਸਿਲੀਕਾਨ ਸਿਟੀ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਹੈਦਰਾਬਾਦ,
ਮੋਹਾਲੀ, ਬੰਗਲੌਰ ਜਾਂ ਫਿਰ ਮੁੰਬਈ ਨੂੰ। ਤਾਂ ਸਿਲੀਕਨ ਸਿਟੀ ਆਫ ਇੰਡੀਆ ਜਿਹੜਾ ਉਹ ਬੰਗਲੌਰ ਨੂੰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬੰਗਲੌਰ ਨੂੰ ਕਰਨਾਟਕ ਨੂੰ ਜਿਹੜਾ ਸਿਲੀਕਾਨ ਘਾਟੀ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅਮਰੀਕਾ ਦਾ ਜੋ ਰਾਜ ਹੈ ਕੈਲੀਫੋਰਨੀਆ, ਤਾਂ ਉਹਨੂੰ ਵੀ ਸਿਲੀਕਾਨ ਘਾਟੀ ਜਿਹੜਾ ਕਿਹਾ ਜਾਂਦਾ ਹੈ। ਇਹਦਾ ਨਾਂ ਸੀ ਜਿਹੜਾ ਇਸ ਲਈ ਦਿੱਤਾ ਗਿਆ ਸੀਗਾ ਬੰਗਲੌਰ ਨੂੰ ਸਿਲੀਕਾਨ ਘਾਟੀ ਆਫ ਇੰਡੀਆ, ਕਿਉਂਕਿ ਭਾਰਤ ਦਾ ਇਲੈਕਟ੍ਰੀਸਿਟੀ ਵੀ ਇਸ ਨੂੰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਪੰਜਾਬ ਦੇ ਤੌਰ 'ਤੇ ਪੁੱਛ ਲਿਆ ਜਾਂਦਾ ਹੈ, ਮੋਹਾਲੀ ਨੂੰ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਹੈ ਜਿਹੜਾ ਕਿਹਾ ਜਾਂਦਾ ਹੈ। ਸੋ ਇਹਦੇ ਨਾਲ ਸੰਬੰਧਿਤ ਇਹ ਪ੍ਰਸ਼ਨ ਬਣਦੇ ਹੈ। ਅਗਲਾ ਪ੍ਰਸ਼ਨ ਹੈ, ਪਿੰਕ ਸਿਟੀ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ, ਜੈਪੁਰ, ਕਲਕੱਤਾ ਜਾਂ ਜਮਸ਼ੇਦਪੁਰ। ਤਾਂ ਪਿੰਕ ਸਿਟੀ ਆਫ ਇੰਡੀਆ ਜੈਪੁਰ ਨੂੰ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਸੋ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸੋ ਜੈਪੁਰ ਰਾਜਸਥਾਨ ਦੀ ਰਾਜਧਾਨੀ ਹੈ। ਇਹਦੀ ਸਥਾਪਨਾ ਰਾਜਾ ਸਵਾਈ ਜੈ ਸਿੰਘ, ਜਿਨ੍ਹਾਂ ਨੂੰ ਖਗੋਲ ਵਿਗਿਆਨੀ ਵੀ ਕਿਹਾ ਜਾਂਦਾ ਹੈ, ਉਹਨਾਂ ਨੇ 1727 ਦੇ ਵਿੱਚ ਕੀਤੀ ਸੀ। ਰਾਜਾ ਸਵਾਈ ਰਾਮ ਸਿੰਘ ਨੇ 1853 ਦੇ ਵਿੱਚ ਪ੍ਰਿੰਸ ਆਫ ਵਾਲਜ਼, ਇਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਜਿਹੜਾ ਜੈਪੁਰ ਸ਼ਹਿਰ ਸੀ ਇਹਨਾਂ ਨੂੰ ਗੁਲਾਬੀ ਰੰਗ ਕਰਵਾਇਆ ਸੀ। ਅਤੇ ਅੱਜ ਵੀ ਜਿਹੜਾ ਪੁਰਾਣਾ ਜੈਪੁਰ ਸ਼ਹਿਰ ਹੈ ਉਹ ਗੁਲਾਬੀ ਰੰਗ ਦੇ ਵਿੱਚ ਦੇਖਿਆ ਜਾ ਸਕਦਾ ਹੈ। ਇਸ ਕਰਕੇ ਇਸ ਨੂੰ ਪਿੰਕ ਸਿਟੀ ਆਫ ਇੰਡੀਆ ਕਿਹਾ ਜਾਂਦਾ ਹੈ। ਜੈਪੁਰ ਨੂੰ ਇਸ ਤੋਂ ਇਲਾਵਾ ਭਾਰਤ ਦਾ ਪੈਰਿਸ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੈਪੁਰ ਨੂੰ ਪੂਰਬ ਦਾ ਪੈਰਿਸ, ਰਾਜਸਥਾਨ ਦਾ ਹੈਰੀਟੇਜ, ਪੰਨਾ ਨਗਰੀ, ਰਤਨਾਗਿਰੀ ਇਹ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਹੋ ਸਕਦਾ ਤੁਹਾਨੂੰ ਕਨਫਿਊਜ਼ ਕਰਨ ਵਾਸਤੇ ਇਹ ਕੁਐਸਚਨ ਪਾ ਦਿੱਤਾ ਜਾਵੇ ਕਿ ਰਾਜਸਥਾਨ ਦਾ ਹੈਰੀਟੇਜ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ, ਜਾਂ ਪੰਨਾ ਨਗਰੀ ਕਿਸ ਨੂੰ ਕਿਹਾ ਜਾਂਦਾ ਹੈ, ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ, ਜਾਂ ਰਤਨਾਗਿਰੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ। ਤਾਂ ਜੈਪੁਰ ਆਏਗਾ, ਆਪਸ਼ਨ ਆੜਾ। ਅਗਲਾ ਪ੍ਰਸ਼ਨ ਹੈ, ਸ਼ੁੱਧ ਸੋਨਾ ਕਿੰਨੇ ਕੈਰਟ ਦਾ ਹੁੰਦਾ ਹੈ? 24 ਕੈਰਟ, 22 ਕੈਰਟ, 18 ਕੈਰਟ ਜਾਂ 16 ਕੈਰਟ। ਤਾਂ ਇੱਕ ਸੌਂਗ ਵੀ ਬਣਿਆ ਹੋਇਆ, ਜਾਂ ਤੁਹਾਨੂੰ ਆ ਗਿਆ ਹੋਏਗਾ। ਤਾਂ ਸ਼ੁੱਧ ਸੋਨਾ ਜਿਹੜਾ ਉਹ 24 ਕੈਰਟ ਦਾ ਹੁੰਦਾ ਹੈ। ਪਰ ਭਾਰਤ ਦੇ ਵਿੱਚ ਜਿਹੜੇ ਗਹਿਣੇ ਨੇ ਇਹ 22 ਕੈਰਟ ਦੇ ਬਣਾਏ ਜਾਂਦੇ ਨੇ, ਅਤੇ ਆਮ ਤੌਰ 'ਤੇ ਜੋ ਗਹਿਣੇ ਦੇ ਵਿੱਚ 18 ਕੈਰਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ੁੱਧ ਸੋਨਾ 24 ਕੈਰਟ ਦਾ ਹੁੰਦਾ ਹੈ, ਪਰ ਭਾਰਤ ਦੇ ਵਿੱਚ 22 ਕੈਰਟ ਚੱਲਦਾ ਹੈ। ਅਤੇ ਜਿਹੜੇ ਆਮ ਤੌਰ 'ਤੇ ਗਹਿਣੇ ਹੁੰਦੇ ਨੇ ਇਹ 28 ਕੈਰਟ ਸੋਨੇ ਦੀ ਵਰਤੋਂ ਇਹਦੇ ਵਿੱਚ ਕੀਤੀ ਜਾਂਦੀ ਹੈ। ਇਸ ਦੇ ਨਾਲ ਜਿਹੜਾ ਤਾਂਬਾ ਵੀ ਵਰਤੋਂ 'ਚ ਲਿਆਂਦਾ ਜਾਂਦਾ ਹੈ। ਅਤੇ ਕਈ ਵਾਰ ਗ੍ਰਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ 24 ਕੈਰਟ ਵਿੱਚ ਕਿੰਨੇ ਗ੍ਰਾਮ ਹੁੰਦੇ ਨੇ। ਤਾਂ 4.80 ਗ੍ਰਾਮ ਸੋਨਾ ਜਿਹੜਾ ਹੁੰਦਾ ਹੈ 24 ਕੈਰਟ ਸੋਨੇ ਦੇ ਵਿੱਚ। ਤਾਂ ਇਹਦੇ ਵਿੱਚ ਆਪਸ਼ਨ ਊੜਾ ਆਏਗਾ, ਸ਼ੁੱਧ ਸੋਨਾ ਜਿਹੜਾ 24 ਕੈਰਟ ਦਾ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ? ਸ਼ੰਕਰਾਚਾਰੀਆ, ਰਾਮਾਨੁਜ, ਚੈਤਨਿਆ ਮਹਾਪ੍ਰਭੂ ਜਾਂ ਰਾਮਾਨੰਦ। ਤਾਂ ਜੋ ਭਗਤੀ ਅੰਦੋਲਨ ਸੀ ਤਾਂ ਇਸ ਦੇ ਜਿਹੜੇ ਸੰਸਥਾਪਕ ਸੀਗੇ ਸ਼ੰਕਰਾਚਾਰੀਆ ਸੀ। ਅਤੇ ਇਹ ਪੁੱਛ ਲਿਆ ਜਾਂਦਾ ਕਿ ਭਗਤੀ ਅੰਦੋਲਨ ਦੀ ਸ਼ੁਰੂਆਤ ਕਦੋਂ ਹੋਈ ਸੀ? ਤਾਂ ਹਰਸ਼ਵਰਧਨ ਦੇ ਸਮੇਂ ਹੋਈ ਸੀ। ਕਿਸ ਸਾਈਡ ਤੋਂ ਹੋਈ ਸੀ? ਦੱਖਣੀ ਭਾਰਤ ਤੋਂ ਹੋਈ ਸੀ। ਅਤੇ ਇਹਦੇ ਜਿਹੜੇ ਸੰਸਥਾਪਕ ਸੀ ਸ਼ੰਕਰਾਚਾਰੀਆ ਸੀ, ਇਹ ਕਿੱਥੋਂ ਦੇ ਰਹਿਣ ਵਾਲੇ ਸੀ? ਇਹ ਕੇਰਲ ਦੇ ਰਹਿਣ ਵਾਲੇ ਸੀ। ਅਤੇ ਜੋ ਇਹਨਾਂ ਦੇ ਵਿਚਾਰ ਸੀ, ਇਹਨਾਂ ਦੁਆਰਾ ਵਿਚਾਰ ਦਿੱਤੇ ਗਏ ਸੀ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹਨਾਂ ਨੂੰ ਅਦਵੈਤ ਦਰਸ਼ਨ ਹੈ ਜਿਹੜਾ ਕਿਹਾ ਜਾਂਦਾ ਹੈ। ਅਤੇ ਜੋ ਇਹਨਾਂ ਨੇ ਗਿਆਨ ਮਾਰਗ ਨੂੰ ਮੁਕਤੀ ਪ੍ਰਾਪਤ ਦਾ ਸਾਧਨ ਦੱਸਿਆ ਸੀ। ਸੋ ਇਹਦੇ ਨਾਲ ਸੰਬੰਧਿਤ ਇਹ ਕੁਐਸਚਨ ਬਣਦੇ ਆ, ਦੁਬਾਰਾ ਰਿਪੀਟ ਕਰ ਦਿੰਦੇ ਹਾਂ। ਭਗਤੀ ਅੰਦੋਲਨ ਦਾ ਸੰਸਥਾਪਕ ਸ਼ੰਕਰਾਚਾਰੀਆ ਸੀ। ਇਹਦੀ ਸ਼ੁਰੂਆਤ ਹਰਸ਼ਵਰਧਨ ਦੇ ਸਮੇਂ ਹੋਈ ਸੀ ਦੱਖਣ ਭਾਰਤ ਤੋਂ। ਸ਼ੰਕਰਾਚਾਰੀਆ ਸੀ ਜਿਹੜੇ ਕੇਰਲ ਦੇ ਰਹਿਣ ਵਾਲੇ ਸੀ। ਇਹਨਾਂ ਦੇ ਵਿਚਾਰਾਂ ਨੂੰ ਅਦਵੈਤ ਦਰਸ਼ਨ ਹੈ ਜਿਹੜਾ ਕਿਹਾ ਜਾਂਦਾ ਹੈ। ਸੋ ਇਹ ਸਾਰੇ ਇਹਦੇ ਵਿੱਚੋਂ ਕੁਐਸਚਨ ਬਣਦੇ ਆ। ਸੋ ਦੁਬਾਰਾ ਰਿਪੀਟ ਤਾਂ ਕਰਦੇ ਹਾਂ ਕਿਉਂਕਿ ਕਾਫੀ ਸਾਰੇ ਕੈਂਡੀਡੇਟ ਨੇ ਨਾਲ ਦੀ ਨਾਲ ਨੋਟ ਕਰਦੇ ਹੋਣਗੇ, ਤਾਂ ਉਹਨਾਂ ਨੂੰ ਆਸਾਨੀ ਹੋ ਜਾਂਦੀ ਹੈ। ਅਸੀਂ ਸ਼ਾਰਟ ਦੇ ਵਿੱਚ ਬੋਲ ਦਿੰਦੇ ਹਾਂ, ਤੁਸੀਂ ਨਾਲ ਦੀ ਨਾਲ ਲਿਖ ਲਿਆ ਕਰੋ। ਅਗਲਾ ਪ੍ਰਸ਼ਨ ਹੈ, ਸਾਮੰਤਵਾਦ ਕਿਸ ਤਰ੍ਹਾਂ ਦੀ ਵਿਵਸਥਾ ਸੀ?
नीचे 4 अगे ऑप्शनां ने। शहरी व्यवस्था सी, पेंडू व्यवस्था सी, उपरोक्त दोनों सी, ਜਾਂ इन्हां विचों कोई भी नहीं सी। ਤਾਂ ਸਮੰਤਵਾਦ ਸੀ ਜਿਹੜੀ ਵਿਵਸਥਾ ਸੀ ਇਹ ਇੱਕ ਪੇਂਡੂ ਵਿਵਸਥਾ ਸੀਗੀ, ਆਪਸ਼ਨ ਆੜਾ। ਅਤੇ ਇਹਦੀ ਜੇ ਸ਼ੁਰੂਆਤ ਪੁੱਛ ਲਈ ਜਾਂਦੀ ਹੈ ਤਾਂ ਇਹਦੀ ਸ਼ੁਰੂਆਤ ਸੀ ਜਿਹੜੀ ਸਮੰਤਵਾਦ ਦੀ ਰੋਮ ਸਾਮਰਾਜ ਦੇ ਸਮਾਪਤ ਹੋਣ ਤੋਂ ਬਾਅਦ 5ਵੀਂ ਸਦੀ ਦੇ ਵਿੱਚ ਹੋਈ ਸੀ। ਸਮੰਤਵਾਦ ਦਾ ਅਰਥ ਪੁੱਛ ਲਿਆ ਜਾਂਦਾ ਹੈ, ਇਹਦਾ ਅਰਥ ਹੁੰਦਾ ਭੂਮੀ ਭਾਗ ਜੋ ਲਾਰਡਾਂ ਦੇ ਦੁਆਰਾ ਜਗੀਰਦਾਰਾਂ ਨੂੰ ਦਿੱਤਾ ਜਾਂਦਾ ਸੀ। ਸੋ ਇਹ ਜ਼ਰੂਰ 2-3 ਗੱਲਾਂ ਨੇ ਇਹਨਾਂ ਸੰਬੰਧਿਤ। ਸ਼ੁਰੂਆਤ 'ਤੇ ਪੁੱਛਿਆ ਜਾ ਸਕਦਾ ਹੈ। ਸ਼ੁਰੂਆਤ ਹੈ ਜਿਹੜੀ ਇਹਦੀ ਰੋਮ ਦੇ ਵਿੱਚ ਹੋਈ ਸੀ 5ਵੀਂ ਸਦੀ ਦੇ ਵਿੱਚ, ਜਦੋਂ ਰੋਮ ਸਾਮਰਾਜ ਦਾ ਅੰਤ ਹੋਇਆ ਸੀ। ਇਹਦਾ ਅਰਥ ਹੁੰਦਾ ਹੈ ਭੂਮੀ ਭਾਗ, ਅਤੇ ਵਿਵਸਥਾ ਕਿਹੜੀ ਹੈ ਪੇਂਡੂ ਵਿਵਸਥਾ। ਤਾਂ ਹੀ ਭੂਮੀ ਭਾਗ ਆ ਗਿਆ ਇਹਦੇ ਵਿੱਚ, ਜੋ ਭੂਮੀ ਦਾ ਜ਼ਮੀਨ ਸੀ ਭੂਮੀ ਭਾਗ ਦਿੱਤਾ ਜਾਂਦਾ ਸੀ ਜਗੀਰਦਾਰਾਂ ਨੂੰ। ਤਾਂ ਇਹ ਪੇਂਡੂ ਵਿਵਸਥਾ ਸੀ, ਆੜਾ ਆਪਸ਼ਨ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਧਰਤੀ 'ਤੇ ਸਭ ਤੋਂ ਪਹਿਲਾਂ ਕਿਹੜੇ ਜੀਵ ਦੀ ਉਤਪਤੀ ਹੋਈ ਸੀ? ਮੱਛੀ, ਬਾਂਦਰ, ਕੱਛੂ ਜਾਂ ਮਨੁੱਖ ਦੀ? ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ, ਐਗਜ਼ਾਮ ਦੇ ਵਿੱਚ ਪੁੱਛਿਆ ਜਾਏਗਾ। ਤਾਂ ਸਭ ਤੋਂ ਪਹਿਲਾਂ ਜਿਹੜਾ ਜੀਵ ਸੀ ਜਿਹਦੀ ਉਤਪਤੀ ਹੋਈ ਹੈ ਧਰਤੀ 'ਤੇ ਉਹ ਮੱਛੀ ਸੀ। ਇਹਦਾ ਜਨਮ ਹੈ ਜਿਹੜਾ 350 ਲੱਖ ਸਾਲ ਪਹਿਲਾਂ ਜਨਮ ਹੋਇਆ ਸੀ। ਜੀਵ ਵਿਕਾਸ ਦੀ ਪ੍ਰਕਿਰਿਆ ਜਿਹੜੀ ਹੌਲੀ ਹੌਲੀ ਸ਼ੁਰੂ ਹੋਈ ਸੀ। ਜਿਵੇਂ ਪਹਿਲਾਂ ਪਾਣੀ ਵਿੱਚ ਰਹਿਣ ਵਾਲੇ ਜੀਵ ਸੀਗੇ, ਮੱਛੀ, ਡੱਡੂ, ਮਗਰਮੱਛ, ਸੱਪ। ਤਾਂ ਮਨੁੱਖ ਦੇ ਜਨਮ ਬਾਰੇ ਵੀ ਅਲੱਗ-ਅਲੱਗ ਇਹਦੇ ਵਿੱਚ ਇਹ ਮੱਤ ਨੇ। ਕੋਈ ਕਹਿੰਦਾ 10 ਲੱਖ ਸਾਲ ਪਹਿਲਾਂ ਹੋਇਆ ਅਤੇ ਕੋਈ ਕਹਿੰਦਾ 20 ਲੱਖ ਸਾਲ ਪਹਿਲਾਂ। ਇਸ ਤੋਂ ਇਲਾਵਾ ਇੱਕ ਕੁਐਸਚਨ ਇਹਦੇ ਵਿੱਚ ਜ਼ਰੂਰ ਪੁੱਛਿਆ ਜਾਂਦਾ ਹੈ, ਮਨੁੱਖ ਦੇ ਵਡੇਰੇ ਕਿਹਨਾਂ ਨੂੰ ਕਿਹਾ ਜਾਂਦਾ ਹੈ? ਵਾਨਰ, ਗੁਰੀਲਾ ਅਤੇ ਚਿੰਪੈਂਜੀ। ਤਾਂ ਇਹ ਜ਼ਰੂਰ ਯਾਦ ਰੱਖਿਓ। ਅਗਰ ਮਨੁੱਖ ਦੇ ਜਨਮ 'ਤੇ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਇਹ ਵਿਚਾਰਕਾਂ ਦੇ ਵਿੱਚ, ਵਿਦਵਾਨਾਂ ਦੇ ਵਿੱਚ ਅਲੱਗ-ਅਲੱਗ ਮਤਭੇਦ ਨੇ, 10 ਲੱਖ ਸਾਲ ਪਹਿਲਾਂ ਜਾਂ 20 ਲੱਖ ਸਾਲ ਪਹਿਲਾਂ। ਇਹ ਆਪਸ਼ਨ 'ਤੇ ਡਿਪੈਂਡ ਕਰੇਗਾ। ਆਪਸ਼ਨ ਦੇ ਵਿੱਚ 10 ਲੱਖ ਆਉਂਦਾ ਹੈ ਜਾਂ 20 ਲੱਖ ਆਉਂਦਾ ਹੈ ਜਾਂ ਦੋਨੋਂ ਆਪਸ਼ਨ ਆਉਂਦੀਆਂ ਨੇ, ਤਾਂ ਦੋਨੋਂ ਯਾਦ ਰੱਖ ਲਿਓ। ਜੇ 10 ਲੱਖ ਆ ਗਿਆ 10 ਲੱਖ 'ਤੇ ਟਿਕ ਲਾ ਦਿਓ, ਜੇ 20 ਲੱਖ 'ਤੇ ਆ ਗਿਆ 20 ਲੱਖ ਲਾ ਦਿਓ। ਜੇ ਦੋਨੋਂ ਹੀ ਪਈਆਂ ਨੇ ਤਾਂ ਨੀਚੇ ਬੋਥ ਆਪਸ਼ਨ ਆਏਗੀ, ਤਾਂ ਉਪਰੋਕਤ ਦੋਨੋਂ, ਤਾਂ ਇਸ 'ਤੇ ਲਾ ਦਿਓ। ਅਗਲਾ ਪ੍ਰਸ਼ਨ ਹੈ ਰਿੰਗ ਫੇਸ ਦਾ ਸੰਬੰਧ ਕਿਸ ਨਾਲ ਸੀ? ਲਾਰਡ ਡਲਹੌਜੀ, ਲਾਰਡ ਹੇਸਟਿੰਗਸ, ਲਾਰਡ ਇਰਵਿਨ ਜਾਂ ਹੈਨਰੀ ਲਾਰੈਂਸ ਨਾਲ? ਤਾਂ ਰਿੰਗ ਫੈਂਸ ਦਾ ਜਿਹੜਾ ਸੰਬੰਧ ਸੀਗਾ ਉਹ ਲਾਰਡ ਹੇਸਟਿੰਗਸ ਦੇ ਨਾਲ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੁਗਲ ਕਾਲ ਦੇ ਵਿੱਚ ਵਤਨ ਜਗੀਰਾਂ ਕਿਸ ਨੂੰ ਦਿੱਤੀਆਂ ਜਾਂਦੀਆਂ ਸਨ? ਰਾਜਪੂਤਾਂ ਨੂੰ, ਪੰਡਤਾਂ ਨੂੰ, ਮਨਸਬਦਾਰਾਂ ਨੂੰ ਜਾਂ ਮੋਲ ਵਿਹਮਾਂ ਨੂੰ? ਤਾਂ ਮੁਗਲ ਕਾਲ ਦੇ ਵਿੱਚ ਵਤਨ ਜਗੀਰਾਂ ਸੀ ਜਿਹੜੀਆਂ ਉਹ ਰਾਜਪੂਤਾਂ ਨੂੰ ਦਿੱਤੀਆਂ ਜਾਂਦੀਆਂ ਸੀ। ਸੋ 4 ਤਰ੍ਹਾਂ ਦੀਆਂ ਮੁਗਲ ਸਾਮਰਾਜ ਦੇ ਵਿੱਚ ਜਗੀਰਾਂ ਸੀ। ਸੋ ਕਾਊਂਟਿੰਗ ਤੌਰ 'ਤੇ ਪੁੱਛਿਆ ਜਾਂਦਾ ਹੈ ਕਿ ਮੁਗਲ ਕਾਲ ਵਿੱਚ ਕਿੰਨੇ ਪ੍ਰਕਾਰ ਦੀਆਂ ਜਗੀਰਾਂ ਸੀ? ਤਾਂ 4 ਤਰ੍ਹਾਂ ਦੀਆਂ। ਵਤਨ ਜਗੀਰਾਂ ਆ ਗਈਆਂ, ਇਹ ਰਾਜਪੂਤਾਂ ਨੂੰ ਦਿੱਤੀਆਂ ਜਾਂਦੀਆਂ ਸੀ। ਤਾਂ ਕਿਹੜੀਆਂ 4 ਸੀ? ਜਗੀਰੇ ਤਨਖਾਹ, ਮਸ਼ਰੂਤ ਜਗੀਰ, ਇਨਾਮ ਜਗੀਰ ਅਤੇ ਵਤਨ ਜਗੀਰ। ਤਾਂ ਜਗੀਰੇ ਤਨਖਾਹ ਸੀ ਜਿਹੜੀ ਮਨਸਬਦਾਰਾਂ ਨੂੰ ਤਨਖਾਹ ਦੇ ਬਦਲੇ ਦੇ ਵਿੱਚ ਜੋ ਜਗੀਰ ਦਿੱਤੀ ਜਾਂਦੀ ਸੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਮਸ਼ਰੂਤ ਜਗੀਰ। ਜੋ ਮਨਸਬਦਾਰ ਹੁੰਦੇ ਸੀ ਇਹਨਾਂ ਨੂੰ ਕਿਸੇ ਸ਼ਰਤ ਲਈ ਦਿੱਤੀ ਜਾਣ ਵਾਲੀ ਜਗੀਰ ਸੀ। ਇਨਾਮ ਜਗੀਰ ਇਹ ਕਿਸੇ ਫਰਜ਼ ਦੇ ਆਧਾਰ 'ਤੇ ਦਿੱਤੀ ਜਾਣ ਵਾਲੀ ਜਗੀਰ ਸੀ। ਵਤਨ ਜਗੀਰ ਇਹ ਉਹ ਜਗੀਰਾਂ ਸੀ ਜਿਨ੍ਹਾਂ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਸੀ। ਅਤੇ ਬਾਦਸ਼ਾਹ ਕੋਲ ਸੀ ਜਿਹੜੀ ਜਗੀਰ ਨੂੰ ਖਾਲਿਸਾ ਕਿਹਾ ਜਾਂਦਾ ਸੀ। ਬਾਕੀ ਜਗੀਰ ਉਹ ਹੁੰਦੀ ਸੀ ਜੋ ਕਿਸੇ ਤੋਂ ਵਾਪਸ ਲਈ ਹੋਵੇ ਪਰ ਕਿਸੇ ਹੋਰ ਨੂੰ ਨਾ ਦਿੱਤੀ ਗਈ ਹੋਵੇ। ਸੋ ਇਹ ਅਲੱਗ-ਅਲੱਗ ਜਗੀਰਾਂ ਸੀ, ਜ਼ਿਆਦਾ ਡੀਪਲੀ ਨਹੀਂ ਆਏਗਾ। ਗਿਣਤੀ ਪੁੱਛੀ ਜਾ ਸਕਦੀ ਹੈ ਕਿੰਨੇ ਪ੍ਰਕਾਰ ਦੀਆਂ ਜਗੀਰਾਂ ਸੀ ਮੁਗਲ ਸਾਮਰਾਜ ਦੇ ਵਿੱਚ? 4। ਵਤਨ ਜਗੀਰ ਦਾ ਤੁਹਾਡੇ ਸਾਹਮਣੇ ਕੁਐਸਚਨ ਪਿਆ, ਰਾਜਪੂਤਾਂ ਨੂੰ ਦਿੱਤੀ ਜਾਂਦੀ ਸੀ। ਅਗਲਾ ਪ੍ਰਸ਼ਨ ਹੈ ਆਜ਼ਾਦ ਹਿੰਦ ਫੌਜ ਦਾ ਮੁੱਢਲਾ ਸੰਸਥਾਪਕ ਕੌਣ ਸੀ? ਸੁਭਾਸ਼ ਚੰਦਰ ਬੋਸ, ਰਾਸ ਬਿਹਾਰੀ ਬੋਸ, ਕੈਪਟਨ ਮੋਹਨ ਸਿੰਘ ਜਾਂ ਲਾਲਾ ਹਰਦਿਆਲ ਸਿੰਘ? ਤਾਂ ਆਜ਼ਾਦ ਹਿੰਦ ਫੌਜ ਦਾ ਜਿਹੜਾ ਮੁੱਢਲਾ ਸੰਸਥਾਪਕ ਸੀਗਾ
ਉਹ ਕੈਪਟਨ ਮੋਹਨ ਸਿੰਘ ਸੀਗਾ। ਜਿਹੜਾ ਆਜ਼ਾਦ ਹਿੰਦ ਫੌਜ ਦਾ ਸਥਾਪਨਾ ਦਾ ਵਿਚਾਰ ਸੀ ਉਹ ਕੈਪਟਨ ਮੋਹਨ ਸਿੰਘ ਦਾ ਸੀਗਾ। ਇਸ ਤੋਂ ਬਾਅਦ 1 ਸਤੰਬਰ 1942 ਦੇ ਵਿੱਚ ਜਿਹੜੀ ਇਹਦੀ ਸਥਾਪਨਾ ਕੀਤੀ ਗਈ ਸੀ। ਸੋ ਈਅਰ ਵੀ ਪੁੱਛ ਲਿਆ ਜਾਂਦਾ ਹੈ। ਸੋ ਇਹ ਸਫਲ ਰਹੀ ਸੀ ਕਿਉਂਕਿ ਰਾਸ ਬਿਹਾਰੀ ਬੋਸ ਨੇ 1943 ਵਿੱਚ ਇਸ ਦੀ ਸਥਾਪਨਾ ਕਰਕੇ ਸੁਭਾਸ਼ ਚੰਦਰ ਬੋਸ ਨੂੰ ਇਹਦਾ ਸੈਨਾਪਤੀ ਬਣਾਇਆ ਸੀ ਅਤੇ 3 ਬ੍ਰਿਗੇਡ ਹੈ ਜਿਹੜੀ ਇਹ ਬਣਾਈ ਗਈ ਸੀ, ਸੁਭਾਸ਼ ਬ੍ਰਿਗੇਡ, ਗਾਂਧੀ ਬ੍ਰਿਗੇਡ ਅਤੇ ਨਹਿਰੂ ਬ੍ਰਿਗੇਡ। ਅਤੇ ਔਰਤਾਂ ਲਈ ਲਕਸ਼ਮੀ ਬਾਈ ਰੈਜੀਮੈਂਟ ਬਣਾਈ ਗਈ ਸੀ। ਸੋ ਇਹ 'ਤੇ ਕੁਐਸਚਨ ਜਿਹੜੇ ਬਣਦੇ ਹੈ ਅੱਗੇ ਤੁਹਾਨੂੰ ਨੋਟ ਕਰਵਾਏ ਗਏ ਨੇ। ਸੋ ਬਾਕੀ ਕੰਟੀਨਿਊ ਤੁਹਾਨੂੰ MCQ ਪ੍ਰਸ਼ਨ ਉੱਤਰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਇਹ ਅੱਜ ਦੇ ਅਗਲੇ ਭਾਗ ਦੇ ਅਗਲੇ MCQ ਪ੍ਰਸ਼ਨ ਉੱਤਰ ਸੀ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅੰਸ ਆਪਣੇ ਨਾਲ ਜੁੜ ਸਕੇ। ਬਾਕੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਜੋ ਘੰਟੀ ਹੈ ਉੱਤੇ ਆਲ ਵੀਡੀਓ 'ਤੇ ਪ੍ਰੈਸ ਨਹੀਂ ਕੀਤਾ ਜਾਂ ਜ਼ਰੂਰ ਕਰ ਲਿਓ ਕਿਉਂਕਿ ਹੋ ਸਕਦਾ ਤੁਹਾਨੂੰ ਸਾਡੇ ਦੁਆਰਾ ਅਪਡੇਟ ਜੋ ਦਿੱਤੀ ਜਾਂਦੀ ਹੈ ਲੇਟ ਮਿਲਦੀ ਹੋਵੇ। ਸੋ ਇਹਦੇ ਵਿੱਚ ਤੁਹਾਡਾ ਹੀ ਨੁਕਸਾਨ ਹੋਏਗਾ। ਬਾਕੀ ਕੰਟੀਨਿਊ ਕਲਾਸ ਜਿਹੜੀ ਈਵਨਿੰਗ 3 ਵਜੇ ਚੱਲਦੀ ਰਹੇਗੀ। ਪੰਜਾਬ ਦੇ ਜਿੰਨੇ ਵੀ ਐਗਜ਼ਾਮ ਹੋਣ ਵਾਲੇ ਹੈ ਜਾਂ ਤੁਸੀਂ ਦੇਣ ਜਾ ਰਹੇ ਹੋ, ਸੋ ਕੱਲ੍ਹ ਹੀ ਮੀਟਿੰਗ ਦੇ ਵਿੱਚ 26,000 ਪਲੱਸ ਪੋਸਟਾਂ ਨੂੰ ਮਨਜ਼ੂਰੀ ਜਿਹੜੀ ਦੇ ਦਿੱਤੀ ਗਈ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਜਾਏਗਾ, ਹਰ ਇੱਕ ਵੈਕੈਂਸੀ ਦਾ ਜਿਹੜਾ ਐਗਜ਼ਾਮ ਹੋਏਗਾ। ਸੋ ਇਸੇ ਨਾਲ ਸੰਬੰਧਿਤ ਇਹ ਕਲਾਸ ਹੈ ਜਿਹੜੀ ਸਟਾਰਟ ਕਰੀ ਹੋਈ ਹੈ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਹ ਤੱਕ ਲਈ ਧੰਨਵਾਦ ਜੀ।